ਜਿਨ੍ਹਾਂ ਨੇ ਭਵਿੱਖ ਬਣਾਉਣਾ ਹੁੰਦਾ ਹੈ ਉਹ ਅੱਜ ਧਰਨਿਆਂ ਤੇ ਬੈਠੇ। ਤੁਸੀਂ ਇਕੱਲਾ ਚੰਡੀਗੜ੍ਹ ਨਾ ਦੇਖੋ ਕਿ ਉੱਥੇ ਵਿਦਿਆਰਥੀ ਧਰਨੇ ਤੇ ਬੈਠੇ ਨੇ ਜਾਂ ਸੈਨੇਟ ਦੀਆਂ ਇਲੈਕਸ਼ਨਾਂ ਲੜਨ ਵਾਲੇ ਸਾਡੇ ਵੀਰ ਧਰਨੇ ਤੇ ਬੈਠੇ। ਜ਼ਮੀਨਾਂ ਤੋਂ ਬਾਅਦ, ਕਿਸਾਨੀ ਤੋਂ ਬਾਅਦ ਇੱਕ ਬੀਜੇਪੀ ਨੇ ਇੱਕ ਬੜੀ ਨਵੀਂ ਰਣਨੀਤੀ ਤਿਆਰ ਕਰੀ ਹੈ ਕਿ ਜਿੱਥੋਂ ਪਨੀਰੀ, ਜਿੱਥੋਂ ਨੌਜਵਾਨੀ, ਜਿੱਥੋਂ ਲੀਡਰ ਨਿਕਲਣੇ ਨੇ, ਬਿਜ਼ਨਸਮੈਨ ਨਿਕਲਣੇ ਨੇ, ਉਹਨਾਂ ਐਜੂਕੇਸ਼ਨਲ ਇੰਸਟੀਟਿਊਟਾਂ ਤੇ ਕਬਜ਼ਾ ਕੀਤਾ ਜਾਵੇ। ਤੇ ਇਹਨਾਂ ਦੀ ਕੋਸ਼ਿਸ਼ ਰਹਿੰਦੀ ਆ ਕਿ ਸਟੂਡੈਂਟਾਂ 'ਚ ਅਸੀਂ ABP ਰਾਹੀਂ ਕਬਜ਼ਾ ਕਰੀਏ। ਬੀਜੇਪੀ ਦੀ GNU 'ਚ ਵੀ ਹੋਇਆ, ਜਿਹਨਾਂ ਨੇ ਉੱਥੇ ਆਤੰਕ ਮਚਾਇਆ, ਗੋਲੀਆਂ ਚਲਾਈਆਂ, ਉਹ ਕੌਣ ਸੀਗੇ? ਸਟੂਡੈਂਟ ਸੀਗੇ ABVP ਦੇ। ਆਉਣ ਵਾਲੀ ਪੰਜਾਬ ਦੀ ਚਾਹੇ ਵੱਡੇ ਪੱਧਰ ਦੀ ਰਾਜਨੀਤੀ ਹੋਵੇ, ਕੀ ਅਸਰ ਇਹਦਾ ਪੈ ਸਕਦਾ ਹੈ ਜੇਕਰ ਇਹ ਲੜਾਈ ਜਿਹੜੀ ਆ ਸੈਨੇਟ ਦੀ ਆਪਣੇ ਸਾਬਕਾ ਵਿਦਿਆਰਥੀ ਜਿਹੜੀ ਆ ਕਿਤੇ ਪਿੱਛੇ ਰਹਿ ਜਾਂਦੇ ਨੇ? ਇੱਕ ਤਾਂ ਜੀ ਪੰਜਾਬ, ਦੂਜਾ ਨੌਜਵਾਨ, ਤੀਜਾ ਪੜ੍ਹੇ ਲਿਖੇ ਨੌਜਵਾਨ। ਸੋ ਲੜਾਈ ਤਾਂ ਅਸੀਂ ਹਾਰਦੇ ਨਹੀਂ। ਸੈਨੇਟ ਦੀ ਇਲੈਕਸ਼ਨ ਤਾਂ ਹੋਊਗੀ, ਚਾਹੇ ਮੋਦੀ ਦੇ ਧੌਣ ਤੇ ਗੋਡਾ ਰੱਖ ਕੇ ਕਰਾਉਣੀ ਪਵੇ। ਰਾਜਾਸ਼ਾਹੀ ਤਾਂ ਹੈ ਨਹੀਂ ਕਿ ਮੋਦੀ ਨੇ ਸਾਰੀ ਜ਼ਿੰਦਗੀ ਦਾ ਠੇਕਾ ਲੈ ਲਿਆ ਸਾਡੇ ਤੇ ਰਾਜ ਕਰਨ ਦਾ। ਜੇ ਇਹੋ ਜਿਹੀਆਂ ਹਰਕਤਾਂ ਉਹਦੀਆਂ ਰਹੀਆਂ, ਲੋਕ ਬਦਲ ਦੇਣਗੇ। ਇੱਕ ਸਟੂਡੈਂਟ ਜ਼ਿਆਦਾ ਬਰੀਕੀ ਦੇ ਨਾਲ ਦੱਸ ਸਕਦਾ ਸੈਨੇਟ ਅਸਲ ਦੇ ਵਿੱਚ ਹੈ ਕੀ, ਡੈਫੀਨੇਸ਼ਨ ਕੀ ਸੈਨੇਟ? ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਾਈਡ ਪੰਜਾਬ TV ਤੇ ਤੁਹਾਡਾ ਸਵਾਗਤ ਹੈ। ਮੈਂ ਸੰਸਾਰਦੀਪ। ਪਿਛਲੇ ਕੁਛ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਧਰਨੇ ਪ੍ਰਦਰਸ਼ਨ ਜਿਹੜੇ ਨੇ ਉੱਥੇ ਦੇ ਸਾਬਕਾ ਸਟੂਡੈਂਟਸ ਵੱਲੋਂ ਲਗਾਏ ਜਾ ਰਹੇ ਨੇ। ਸਰਕਾਰਾਂ ਦੇ ਖਿਲਾਫ ਇੱਕ ਗੁੱਸੇ ਦਾ ਜ਼ਾਹਰ ਕੀਤਾ ਜਾ ਰਿਹਾ ਕਿਉਂਕਿ ਸੈਨੇਟ ਇਲੈਕਸ਼ਨਸ ਜਿਹੜੀਆਂ ਨੇ ਉਹ ਅੱਗੇ ਹੋ ਗਈਆਂ ਨੇ। ਇੱਕਦਮ ਸਟੂਡੈਂਟ ਜਿਹੜੇ ਨੇ ਉਸ ਤੋਂ ਬਾਅਦ ਜੋ ਉੱਥੇ ਦਾ ਸਾਬਕਾ ਸਟੂਡੈਂਟ ਨੇ ਉੱਥੇ ਤੋਂ ਆਪਣੇ ਜਿਹੜੀ ਪੜ੍ਹਾਈ ਆ ਉਹ ਪੂਰੀ ਕਰ ਚੁੱਕੇ ਨੇ। ਇੱਕਦਮ ਧਰਨਾ ਪ੍ਰਦਰਸ਼ਨ ਹੋ ਚੁੱਕੇ ਆ। ਵੱਡੇ ਵੱਡੇ MLAs ਵਗੈਰਾ ਜਾਂ ਹੋਰ ਵੀ ਵੱਡੀਆਂ ਵੱਡੀਆਂ ਸ਼ਖਸੀਅਤਾਂ ਉਹਨਾਂ ਦੇ ਉਸ ਧਰਨਾ ਪ੍ਰਦਰਸ਼ਨ ਨੂੰ ਸਮੇਂ-ਸਮੇਂ 'ਤੇ ਜਾ ਕੇ ਆਪਣਾ ਸਮਰਥਨ ਜਿਹੜਾ ਜ਼ਾਹਿਰ ਕਰਦੀਆਂ ਰਹਿੰਦੀਆਂ ਨੇ। ਸਮਝਣ ਵਾਲੀ ਗੱਲ ਦੋਸਤੋ ਇਹ ਆ ਕਿ ਆਖਰ ਅਜਿਹਾ ਕੀ ਵਕਤ ਪੈ ਗਿਆ, ਅਜਿਹੀ ਕੀ ਵਿਪਤਾ ਪੈ ਗਈ ਜੋ ਉੱਥੇ ਦੇ ਸਾਬਕਾ ਸਟੂਡੈਂਟਸ ਨੂੰ ਐਡਾ ਵੱਡਾ ਧਰਨਾ ਪ੍ਰਦਰਸ਼ਨ, ਜਿਸ ਦੀ ਗੂੰਜ ਪੂਰੇ ਪੰਜਾਬ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਦੇਖਣ ਨੂੰ ਮਿਲ ਰਹੀ, ਆਪਾਂ ਨੂੰ ਦੇਖਣ ਸੁਣਨ ਨੂੰ ਮਿਲ ਰਹੀ। ਇਹ ਸਾਰੀਆਂ ਗੱਲਾਂ ਸਮਝਣ ਦੇ ਲਈ ਸਾਬਕਾ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨੀ ਜ਼ਰੂਰੀ ਹੋ ਜਾਂਦੀ। ਇਸੇ ਕੜੀ ਦੇ ਵਿੱਚ ਆਮ ਆਦਮੀ ਪਾਰਟੀ ਹਲਕਾ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਜੋ ਉਸ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਸੀ, ਉੱਥੇ ਐਜ਼ ਆ ਸਟੂਡੈਂਟ ਵੀ ਪੜ੍ਹ ਕੇ ਆਏ ਨੇ, ਬਾਈ ਰਸ਼ਪਿੰਦਰ ਰਾਜਾ ਸਾਡੇ ਨਾਲ ਮੌਜੂਦ ਨੇ। ਜਾਣਾਂਗੇ ਕਿ ਅਸਲ ਮੁੱਦਾ ਇਹ ਹੈ ਕਿ ਇੰਨਾ ਆਖਰ ਅਜਿਹਾ ਕੀ ਹੋਇਆ ਕਿ ਐਡਾ ਵੱਡਾ ਇਹ ਮੁੱਦਾ ਇੱਕ ਯੂਨੀਵਰਸਿਟੀ ਦਾ, ਇੱਕ ਸਟੂਡੈਂਟਸ ਦਾ ਐਡਾ ਮੁੱਦਾ ਬਣ ਗਿਆ। ਬਾਈ ਜੀ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਧੰਨਵਾਦ ਪ੍ਰਾਈਡ TV ਪੰਜਾਬ ਦੀ ਸਾਰੀ ਟੀਮ ਦਾ ਅਤੇ ਛੋਟੇ ਵੀਰ ਸੰਸਾਰਦੀਪ ਦਾ ਕਿ ਤੁਸੀਂ ਮੌਕਾ ਦਿੱਤਾ ਜੀ। ਬਾਈ ਕਾਫੀ ਦਿਨ ਹੋ ਗਏ ਨੇ ਯੂਨੀਵਰਸਿਟੀ ਦੇ ਵਿੱਚ ਧਰਨੇ ਪ੍ਰਦਰਸ਼ਨ ਚੱਲਦਿਆਂ ਨੂੰ, ਕਾਫੀ ਗਰਮਾਇਆ ਹੋਇਆ ਮੁੱਦਾ ਹੈਗਾ। ਇੱਕ ਸਟੂਡੈਂਟ ਦੀਆਂ ਭਾਵਨਾਵਾਂ ਆਪਾਂ ਦੇਖੀਏ, ਕਿਉਂਕਿ ਤੁਸੀਂ ਉੱਥੇ ਖੁਦ ਪੜ੍ਹ ਕੇ ਆਏ ਹੋ, ਸਟੂਡੈਂਟ ਕੀ ਸੋਚਦਾ, ਅਸਲ ਮੁੱਦਾ ਹੈ ਕੀ ਇਹ ਸਾਰੇ ਧਰਨੇ ਪ੍ਰਦਰਸ਼ਨ ਬਾਰੇ? ਕਿ ਇੱਕ ਜਿਨ੍ਹਾਂ ਨੇ ਭਵਿੱਖ ਬਣਾਉਣਾ ਹੁੰਦਾ ਹੈ ਉਹ ਅੱਜ ਧਰਨਿਆਂ 'ਤੇ ਬੈਠੇ ਨੇ। ਦੇਖੋ, ਇਹ ਸਾਡੇ ਦੇਸ਼ ਦਾ ਦੁਰਭਾਗਿਆ ਹੈ, ਬਦਕਿਸਮਤੀ ਹੈ। ਇਹ ਧਰਨਾ ਤੁਸੀਂ ਇਕੱਲਾ ਚੰਡੀਗੜ੍ਹ ਨਾ ਦੇਖੋ ਕਿ ਉੱਥੇ ਵਿਦਿਆਰਥੀ ਧਰਨੇ ਤੇ ਬੈਠੇ ਨੇ ਜਾਂ ਸੈਨੇਟ ਦੀਆਂ ਇਲੈਕਸ਼ਨਾਂ ਲੜਨ ਵਾਲੇ ਸਾਡੇ ਵੀਰ ਧਰਨੇ ਤੇ ਬੈਠੇ ਨੇ। ਇੱਕ ਬਹੁਤ ਬੜੀ ਕੌਂਸਪੀਰੈਂਸੀ ਸਾਜ਼ਿਸ਼ ਦੇ ਤਹਿਤ ਕੁਝ ਚੀਜ਼ਾਂ ਹੋ ਰਹੀਆਂ ਜੀ। ਸਾਡਾ ਕਿਸਾਨ ਦਿੱਲੀ ਧਰਨੇ ਤੇ ਬੈਠਾ ਹੈ, ਕਾਲੇ ਕਾਨੂੰਨਾਂ ਦੇ ਖਿਲਾਫ, ਮੋਦੀ ਦੇ ਖਿਲਾਫ, BJP ਦੀ ਉਸ ਸੋਚ ਦੇ ਖਿਲਾਫ ਜਿਹੜੀ ਕਾਰਪੋਰੇਟਾਂ ਦੇ ਰਾਹੀਂ ਪੰਜਾਬ ਦੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੀ ਆ। ਅਤੇ ਜਿਹੜੀ ਗੱਲ ਕੀਤੀ ਤੁਸੀਂ ਪੰਜਾਬ ਯੂਨੀਵਰਸਿਟੀ ਦੀ, ਇਹ ਉਸੇ ਕੜੀ ਦਾ ਅਗਲਾ ਪੜਾਅ ਹੈ। ਜ਼ਮੀਨਾਂ ਤੋਂ ਬਾਅਦ, ਕਿਸਾਨੀ ਤੋਂ ਬਾਅਦ ਇੱਕ BJP ਨੇ ਇੱਕ ਬੜੀ ਨਵੀਂ ਰਣਨੀਤੀ ਤਿਆਰ ਕਰੀ ਹੈ ਕਿ ਜਿੱਥੋਂ ਪਨੀਰੀ, ਜਿੱਥੋਂ ਨੌਜਵਾਨੀ, ਜਿੱਥੋਂ ਲੀਡਰ ਨਿਕਲਣੇ ਨੇ, ਬਿਜ਼ਨਸਮੈਨ ਨਿਕਲਣੇ ਨੇ, ਉਹਨਾਂ ਐਜੂਕੇਸ਼ਨਲ ਇੰਸਟੀਟਿਊਟਾਂ 'ਤੇ ਕਬਜ਼ਾ ਕੀਤਾ ਜਾਵੇ। ਇਹ ਪੰਜਾਬ 'ਚ ਨਹੀਂ, ਦੇਸ਼ ਦੇ ਸਾਰੇ ਹਿੱਸਿਆਂ 'ਚ ਹੋ ਰਿਹਾ, ਚੰਗੀਆਂ ਚੰਗੀਆਂ ਯੂਨੀਵਰਸਿਟੀਆਂ 'ਚ ਹੋ ਰਿਹਾ। ਤੁਸੀਂ ਦੇਖਿਆ ਹੋਣਾ JNU ਦਾ ਕਾਂਡ, ਘਨੱਈਏ ਵਾਲਾ, ਘਨੱਈਆ ਕੁਮਾਰ ਵਾਲਾ, ਕਿਵੇਂ ਉੱਥੇ BJP ਨੇ ਆਪਣੇ ਗੁੰਡੇ ਭੇਜ ਕੇ ਲੁੱਟ ਖੋਹ ਵੀ ਕਰਾਈ, ਮਾਰ ਕਟਾਈ, ਗੋਲੀਆਂ ਵੀ ਚੱਲੀਆਂ ਉੱਥੇ GNU 'ਚ। ਉਹਦਾ ਕਾਰਨ ਕੀ ਆ? ਉੱਥੇ ਜਿਹੜੇ ਵਿਦਿਆਰਥੀ ਸੰਗਠਨ ਆ
ਉਹ ਬੀਜੇਪੀ ਦੀ ਜਿਹੜੀ ਸੋਚ ਆ, ਆਈਡੀਓਲੋਜੀ, ਉਹਨੂੰ ਪਸੰਦ ਨਹੀਂ ਕਰਦੇ ਤੇ ਸਮੇਂ ਤੇ ਵਿਰੋਧ ਵੀ ਜਿਹੜੇ ਨੇ ਉੱਥੇ ਹੁੰਦੇ ਨੇ ਤੇ ਉਹ ਸਰਕਾਰ ਦਾ ਵਿਰੋਧ ਵੀ ਕਰਦੇ ਨੇ, ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਵੀ ਕਰਦੇ ਨੇ। ਇਹ ਨਹੀਂ ਕਿ ਇਕੱਲੀ ਬੀਜੇਪੀ ਦਾ, ਜਦੋਂ ਕੋਈ ਕਾਂਗਰਸ 'ਚ ਗਲਤ ਗੱਲ ਹੁੰਦੀ ਹੈ ਉਹਨਾਂ ਨੇ ਕਾਂਗਰਸ ਦਾ ਵਿਰੋਧ ਵੀ ਕੀਤਾ, ਕਿਉਂਕਿ ਸਟੂਡੈਂਟ ਇੱਕ ਰੌਸ਼ਨ ਦਿਮਾਗ ਇਨਸਾਨ ਹੁੰਦੇ ਨੇ, ਉਹ ਬੱਚੇ ਹੁੰਦੇ ਨੇ, ਉਹਨਾਂ ਨੂੰ ਚੰਗੀਆਂ ਮਾੜੀਆਂ ਚੀਜ਼ਾਂ ਦਾ ਪਤਾ ਹੁੰਦਾ, ਕਿਉਂਕਿ ਸਾਡਾ ਦੇਸ਼ ਹੈ, ਅਸੀਂ ਇੱਥੇ ਰਹਿੰਦੇ ਹਾਂ। ਸਭ ਤੋਂ ਜ਼ਿਆਦਾ ਇਫੈਕਟ ਸਟੂਡੈਂਟ ਨੇ ਹੋਣਾ ਜਦੋਂ ਉਹਨੇ ਆਪਣੀ ਪੜ੍ਹਾਈ ਲਿਖਾਈ ਪੂਰੀ ਕਰਕੇ, ਆਪਣੀ ਡਿਗਰੀ ਕਰਕੇ ਸਮਾਜ ਦੇ ਵਿੱਚ ਆਉਣਾ, ਰੁਜ਼ਗਾਰ ਚਾਹੀਦਾ, ਇੱਕ ਚੰਗਾ ਸੁਸਾਇਟੀ ਚਾਹੀਦੀ ਆ ਉਹਨੂੰ, ਅਤੇ ਉਹ ਸਭ ਤੋਂ ਜ਼ਿਆਦਾ ਚਿੰਤਤ ਹੁੰਦਾ ਕਿ ਪੜ੍ਹਾਈ ਲਿਖਾਈ ਤੋਂ ਬਾਅਦ ਦੀ ਜਿਹੜੀ ਸਾਡੀ ਜ਼ਿੰਦਗੀ ਆ ਉਹ ਕਿਵੇਂ ਸਹੀ ਰਹੂਗੀ, ਕਿਹੜੀਆਂ ਚੀਜ਼ਾਂ ਉਹਨੂੰ ਇਫੈਕਟ ਕਰਕੇ ਗਲਤ ਪਾਸੇ ਲੈ ਕੇ ਜਾਣਗੀਆਂ ਅਤੇ ਕਿਹੜੀਆਂ ਚੀਜ਼ਾਂ ਸਹੀ ਹੋਣੀਆਂ ਚਾਹੀਦੀਆਂ ਨੇ। ਇਸ ਕਰਕੇ ਉਹ ਸਟੂਡੈਂਟ ਪੋਲੀਟਿਕਸ ਕਹਿ ਦਿੰਦੇ ਆਪਾਂ, ਜਿਹੜਾ ਚੰਗਾ ਸਟੂਡੈਂਟ ਆ ਉਹ ਸਰਕਾਰ ਦੀ ਹਰ ਗਤੀਵਿਧੀ 'ਤੇ ਨਿਗਾਹ ਰੱਖਦਾ, ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਸਰਕਾਰ ਕੀ ਚੰਗਾ ਕਰ ਰਹੀ ਹੈ, ਕੀ ਮਾੜਾ ਕਰਦੀ ਆ। ਤੁਹਾਨੂੰ ਪਤਾ ਹੋਣਾ ਇਹੀ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੇ ਮੋਦੀ ਨੇ ਕਿਸਾਨਾਂ ਲਈ ਬਣਾਏ ਨੇ, ਯੂਨੀਵਰਸਿਟੀਆਂ 'ਚ ਸਟੂਡੈਂਟਾਂ ਨੇ ਵੀ ਵਿਰੋਧ ਕੀਤਾ ਸੀ। ਆਪਣੇ ਤੌਰ 'ਤੇ ਥੀਏਟਰ, ਜੋ ਖਾਸ ਤੌਰ 'ਤੇ ਜੋ ਥੀਏਟਰ ਨਾਲ ਜੁੜੇ ਹੋਏ ਸਟੂਡੈਂਟ ਸੀ ਉਹਨਾਂ ਨੇ ਵੀ ਨਾਟਕ ਵਗੈਰਾ ਵੀ ਖੇਡੇ ਗਏ, ਸਭ ਨੇ ਕੀਤਾ, ਚਾਹੇ ਕੋਈ PhD ਦੀ ਡਿਗਰੀ ਕਰਦਾ ਹੈ, ਕੋਈ ਗ੍ਰੈਜੂਏਸ਼ਨ ਸਿੰਪਲ ਕਰਦਾ ਹੈ, ਕੋਈ BSc ਕਰਦਾ ਹੈ, ਹਰ ਵਰਗ ਨੇ ਉਸ ਦਾ ਵਿਰੋਧ ਕੀਤਾ ਸੀ। ਕਾਰਨ ਉਹ ਸਮਝ ਗਏ ਕਿ ਇਹ ਕਾਨੂੰਨ ਗਲਤ ਨੇ, ਕਿਉਂਕਿ ਸਟੂਡੈਂਟ ਨੇ ਵੀ ਯੂਨੀਵਰਸਿਟੀ 'ਚੋਂ ਨਿਕਲ ਕੇ ਆਉਣਾ ਤਾਂ ਇਸ ਸਮਾਜ 'ਚ ਆ, ਇਸ ਲਈ ਉਹ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਰੱਖਦਾ ਕਿ ਜਦੋਂ ਅਸੀਂ ਉੱਥੇ ਜਾਈਏ ਸਾਡੇ ਵਾਸਤੇ ਇੱਕ ਚੰਗਾ ਸਮਾਜ ਹੋਵੇ। ਪਰ ਮੋਦੀ ਸਰਕਾਰ ਅਤੇ BJP ਇਹਨਾਂ ਦੀ ਜਿਹੜੀ ਪਾਲਿਸੀ ਆ ਉਹ ਕਬਜ਼ਾ ਕਰਨ ਦੀ ਆ, ਉਹ ਕਿਸੇ ਨਾ ਕਿਸੇ ਤਰ੍ਹਾਂ ਸਾਰੇ ਦੇਸ਼ ਦੀਆਂ ਐਜੂਕੇਸ਼ਨਲ ਇੰਸਟੀਟਿਊਟਾਂ 'ਤੇ ਕਬਜ਼ਾ ਕਰਕੇ ਆਪਣੀ ਸੋਚ ਨੂੰ ਭਗਵਾਂ ਕਰਨ, ਜਿਹਨੂੰ ਕਹਿ ਦਿੰਦੇ ਆ, ਇਹ ਜਿਹੜੇ ਹਿੰਦੂ ਰਾਸ਼ਟਰ ਦਾ ਇਹਨਾਂ ਦਾ ਨਾਅਰਾ ਹੈ, ਉਹਨੂੰ ਪੂਰਾ ਕਰਨ ਵਾਸਤੇ ਇਹ ਹਰ ਜਗ੍ਹਾ ਆਪਣਾ ਭਗਵਾਂ ਕਰਨਾ ਜਿਹੜਾ ਉਹ ਲੈ ਕੇ ਜਾਣਾ ਚਾਹੁੰਦੇ ਨੇ ਉਸ ਸੋਚ ਨੂੰ। ਜਿਹੜੀ ਸੈਨੇਟ ਆ, ਸੈਨੇਟ ਕੀ ਇੱਕ ਗਵਰਨਿੰਗ ਬੋਡੀ ਹੈ ਯੂਨੀਵਰਸਿਟੀ ਦੀ। ਇਹੀ ਮੇਰਾ ਸਵਾਲ ਸੀ, ਕਿਉਂਕਿ ਜੋ ਇਹ ਸਾਰਾ ਮੁੱਦਾ ਗਰਮ ਹੋਇਆ ਜਦੋਂ ਸੈਨੇਟ ਇਲੈਕਸ਼ਨਸ ਜਿਹੜੀਆਂ ਨੇ ਪੋਸਟਪੋਨ ਹੋਈਆਂ ਨੇ, ਅੱਗੇ ਹੋਈਆਂ ਨੇ ਇੱਕ ਵਾਰ ਐਲਾਨ ਹੋ ਕੇ, ਉਸ ਤੋਂ ਬਾਅਦ ਜਿਹੜੇ ਨੇ ਸਾਬਕਾ ਵਿਦਿਆਰਥੀ ਇੱਕਦਮ ਧਰਨੇ 'ਤੇ ਚਲੇ ਗਏ ਨੇ। ਇੱਕਦਮ ਮੁੱਦਾ ਜਿਹੜਾ ਪੰਜਾਬ ਯੂਨੀਵਰਸਿਟੀ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਸੈਨੇਟ ਆਸਾਨ ਭਾਸ਼ਾ ਦੇ ਵਿੱਚ, ਕਿਉਂਕਿ ਤੁਸੀਂ ਉੱਥੇ ਪੜ੍ਹੇ ਹੋਏ ਹੋ, ਤੁਸੀਂ ਵਿਚਰੇ ਹੋ, ਇੱਕ ਸਟੂਡੈਂਟ ਜ਼ਿਆਦਾ ਬਰੀਕੀ ਦੇ ਨਾਲ ਦੱਸ ਸਕਦਾ ਸੈਨੇਟ ਅਸਲ ਦੇ ਵਿੱਚ ਹੈ ਕੀ, ਡੈਫੀਨੇਸ਼ਨ ਕੀ ਸੈਨੇਟ ਦੀ? ਦੇਖੋ, ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਕ ਗਵਰਨਿੰਗ ਬੋਡੀ ਆ, ਕਿਸੇ ਵੀ ਇੰਸਟੀਟਿਊਟ ਦੀ, ਟਰਸਟ ਦੀ ਇੱਕ ਗਵਰਨਿੰਗ ਬੋਡੀ ਹੁੰਦੀ ਆ ਜਿਹੜੀ ਉਹਨੂੰ ਰਨ ਕਰਦੀ ਆ, ਜਿਹੜੀ ਫੈਸਲੇ ਲੈਂਦੀ ਆ, ਜਿਨ੍ਹਾਂ ਨੇ ਯੂਨੀਵਰਸਿਟੀ ਨੂੰ ਉੱਤੇ ਲੈ ਕੇ ਜਾਣ ਲਈ ਸੰਘਰਸ਼ ਕੀਤਾ। ਯੂਨੀਵਰਸਿਟੀ ਨੂੰ ਅੱਜ ਇਹ ਸਾਡੀ ਚੰਡੀਗੜ੍ਹ ਜਿਹੜੀ ਯੂਨੀਵਰਸਿਟੀ ਆ, ਪੰਜਾਬ ਯੂਨੀਵਰਸਿਟੀ, ਇਹ ਹਿੰਦੁਸਤਾਨ ਦੀਆਂ ਪਹਿਲੀਆਂ ਯੂਨੀਵਰਸਿਟੀਆਂ 'ਚ ਆਉਂਦੀ ਆ, ਟੌਪ ਦੀਆਂ ਯੂਨੀਵਰਸਿਟੀਆਂ 'ਚ ਆਉਂਦੀ ਆ। ਅਤੇ ਉੱਥੇ ਪਹੁੰਚੀ ਕਿਵੇਂ ਆ? ਉਹਦੇ ਪਿੱਛੇ ਦਾ ਜਿਹੜਾ ਸੰਘਰਸ਼ ਆ ਤੁਸੀਂ ਉਹ ਕਿਵੇਂ ਭੁੱਲ ਜਾਓਗੇ? ਜਿਹੜਾ ਅੱਜ ਉੱਥੇ RSS ਦਾ BC ਲਾਇਆ ਹੋਇਆ, ਵਾਈਸ ਚਾਂਸਲਰ ਲਾਇਆ BJP ਵਾਲਿਆਂ ਨੇ, ਉਹ ਪਿਛਲੇ 10 ਸਾਲਾਂ ਤੋਂ ਤਾਂ ਹੈ ਨਹੀਂ ਸੀ। ਇਹ ਤੋਂ ਪਹਿਲਾਂ ਜਿਹੜੇ ਲੋਕਾਂ ਨੇ ਸੰਘਰਸ਼ ਕਰਕੇ ਉਹਨੂੰ ਇੱਕ ਪਛਾਣ ਦਿੱਤੀ ਆ, ਇੱਕ ਹਿੰਦੁਸਤਾਨ 'ਚ ਟੌਪ 'ਤੇ ਲੈ ਕੇ ਗਏ ਨੇ, ਉਹਨਾਂ ਲੋਕਾਂ ਨੂੰ ਉੱਥੋਂ ਬਾਹਰ ਕੱਢਣ ਦੀ ਤਿਆਰੀ ਹੋ ਰਹੀ ਆ। ਸੈਨੇਟ ਕੀ ਆ? ਸੈਨੇਟ ਆ ਜਿਹੜੇ ਸਟੂਡੈਂਟ ਵੋਟ ਪਾਉਂਦੇ ਨੇ, ਸਾਬਕਾ ਸਟੂਡੈਂਟ, ਜਿੱਦਾਂ ਮੈਂ ਸਾਬਕਾ ਸਟੂਡੈਂਟ ਆ, ਸਾਡੀ ਵੋਟ ਆ। ਅਸੀਂ ਉੱਥੇ ਆਪਣੇ ਪੰਜਾਬ ਦੇ ਸਟੂਡੈਂਟ ਜਾਂ ਹਰਿਆਣੇ ਦੇ ਜਿਹੜੇ ਪੜ੍ਹੇ ਹੋਏ ਨੇ, ਉਹ ਸੈਨੇਟ 'ਚ ਜਾਂਦੇ ਨੇ ਅਤੇ VC ਨੂੰ ਫੈਸਲੇ ਲੈਣ ਲਈ, ਜਿੱਦਾਂ ਕੈਬਨਿਟ ਹੁੰਦੀ ਆ, ਮੀਟਿੰਗਸ ਹੁੰਦੀਆਂ ਨੇ। ਕੋਈ ਵੀ ਫੈਸਲਾ, ਚਾਹੇ ਫੀਸ ਦਾ ਹੋਵੇ, ਚਾਹੇ ਸਿਲੇਬਸ ਦਾ ਹੋਵੇ, ਕੋਈ ਆਡੀਟੋਰੀਅਮ ਬਣਾਉਣਾ ਹੋਵੇ, ਕੋਈ ਢਾਉਣਾ ਹੋਵੇ, ਕੋਈ ਵੀ ਫੈਸਲਾ, ਸਟੂਡੈਂਟਾਂ ਦੀਆਂ ਇਲੈਕਸ਼ਨਾਂ ਕਦੋਂ ਕਰਾਉਣੀਆਂ, ਕਿਵੇਂ ਹੋਣੀਆਂ, ਉਹਦੇ ਰੂਲ ਰੈਗੂਲੇਸ਼ਨਸ ਸੈਨੇਟ ਪਾਸ ਕਰਦੀ ਆ। ਸਟੂਡੈਂਟ ਪੋਲੀਟਿਕਸ ਚੱਲਦੀ ਹੈ ਅਤੇ ਸਟੂਡੈਂਟ ਆਪਣੀਆਂ ਡਿਮਾਂਡਾਂ ਰੱਖਦੇ ਨੇ। ਜਿਹੜੇ ਮੌਜੂਦਾ ਸਟੂਡੈਂਟਸ ਜਿੱਦਾਂ ਉੱਥੇ ਪਾਰਟੀਜ਼ ਨੇ, ਸੋਪੂ ਆ, ਪੂਸੂ ਆ, NSUI ਆ, BJP ਦੀ ABVP ਆ, ਅਤੇ ਇਹਨਾਂ ਦੀ ਕੋਸ਼ਿਸ਼ ਰਹਿੰਦੀ ਆ ਕਿ ਸਟੂਡੈਂਟਾਂ 'ਚ ਅਸੀਂ ABP ਰਾਹੀਂ ਕਬਜ਼ਾ ਕਰੀਏ। BJP ਦੀ GNU 'ਚ ਵੀ ਹੋਇਆ, ਜਿਹਨਾਂ ਨੇ ਉੱਥੇ ਆਤੰਕ ਮਚਾਇਆ, ਗੋਲੀਆਂ ਚਲਾਈਆਂ, ਉਹ ਕੌਣ ਸੀਗੇ? ਸਟੂਡੈਂਟ ਸੀਗੇ ABVP ਦੇ। ਇਹਨਾਂ ਦੀ BJP ਦੀ ਔਰਗਨਾਈਜੇਸ਼ਨ ਹੈ ABVP।
ਇਹ ਉਹਦੇ ਰਾਹੀਂ ਸਟੂਡੈਂਟਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਆ, ਆਪਣੀ ਸੋਚ ਨੂੰ, ਸੰਘੀ ਸੋਚ ਨੂੰ, ਭਾਗਮਾ ਕਰਨ ਵਾਲੀ ਸੋਚ ਨੂੰ ਲਾਗੂ ਕਰਨਾ ਚਾਹੁੰਦੇ ਆ, ਅਤੇ ਸੈਨੇਟ ਰਾਹੀਂ ਯੂਨੀਵਰਸਿਟੀ ਦੇ ਸਾਰੇ ਸਿਸਟਮ 'ਤੇ ਕਬਜ਼ਾ ਕਰਨਾ ਚਾਹੁੰਦੇ ਆ, ਤਾਂ ਕਿ ਉੱਥੇ ਕੋਈ ਵੀ ਤਾਨਾਸ਼ਾਹੀ ਫੈਸਲਾ ਲਾਗੂ ਕਰਨ 'ਚ ਕੋਈ ਦਿੱਕਤ ਨਾ ਆਵੇ। ਚਾਹੇ ਉੱਥੋਂ ਪੰਜਾਬੀਆਂ ਨੂੰ ਬਾਹਰ ਕੱਢਣ ਦੀ ਕੋਈ ਪੋਜੀਸ਼ਨ ਹੋਵੇ। ਤੁਹਾਨੂੰ ਪਤਾ ਹੋਣਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਜਿੱਥੇ ਜਿੱਥੇ ਸੈਂਟਰ ਓਰੀਐਂਟਡ, ਜਿੱਥੇ ਜਿੱਥੇ ਸੈਂਟਰ ਦੀ ਦਖਲਅੰਦਾਜ਼ੀ ਆ, ਉੱਥੇ ਹਿਮਾਚਲ ਤੋਂ ਲਿਆ ਕੇ ਬੰਦੇ ਬਿਠਾਏ ਜਾ ਰਹੇ ਨੇ। ਸਾਰਾ ਹਿਮਾਚਲ ਭਰਤੀ ਕੀਤਾ ਜਾ ਰਿਹਾ ਹੈ, ਪ੍ਰੋਫੈਸਰ ਹਿਮਾਚਲ ਤੋਂ, ਸਫਾਈ ਕਰਮਚਾਰੀ ਹਿਮਾਚਲ ਤੋਂ। ਪੰਜਾਬੀਆਂ ਨੂੰ ਆਰਗੇਨਾਈਜੇਸ਼ਨਾਂ 'ਚੋਂ ਬਾਹਰ ਕੱਢਣ ਦੀ ਰਣਨੀਤੀ ਚੱਲ ਰਹੀ ਆ, ਤਾਂ ਕਿ ਉਹਨਾਂ 'ਤੇ ਕਬਜ਼ਾ ਕਰਕੇ, ਤਾਂ ਕਿ ਜੇ ਪੰਜਾਬ ਦਾ ਨੌਜਵਾਨ ਉੱਥੇ ਪੜ੍ਹਨ ਜਾਊਗਾ ਅਤੇ ਪੜ੍ਹਨ ਤੋਂ ਬਾਅਦ ਉਹਦੇ ਦਿਮਾਗ 'ਚ ਉਹ ਇਹੋ ਜਿਹੀ ਫਿੱਟ ਕਰਕੇ ਭੇਜਣਾ ਚਾਹੁੰਦੇ ਆ ਕਿ ਬਾਹਰ ਨਿਕਲ ਕੇ ਉਹ ਪੰਜਾਬੀਅਤ ਨੂੰ ਭੁੱਲ ਜਾਵੇ, ਅਤੇ ਉਹਨਾਂ ਦੇ ਭਗਵੇਂ ਕਰਨ ਦੀ ਜਿਹੜੀ ਰਾਜਨੀਤੀ ਆ ਉਹਦੇ 'ਤੇ, ਉਹਨਾਂ ਦੇ ਕਬਜ਼ੇ 'ਚ ਆ ਜਾਵੇ, ਉਹਦੀ ਸੋਚ 'ਤੇ ਕਬਜ਼ਾ ਕਰਨਾ ਚਾਹੁੰਦੇ। ਇਹੀ ਸਵਾਲ ਸੀ ਮੇਰਾ ਤੁਹਾਨੂੰ ਕਿ ਸਟੂਡੈਂਟਾਂ ਦੇ, ਕਿਉਂਕਿ ਜੋ ਸਟੂਡੈਂਟ ਉੱਥੇ ਪੜ੍ਹ ਚੁੱਕੇ, ਇੱਕ ਮਨ ਦੇ ਨਾਲ ਲਗਾਵ ਹੁੰਦਾ, ਇੱਕ ਯੂਨੀਵਰਸਿਟੀ ਦੇ ਨਾਲ ਮਨ ਤੋਂ ਲਗਾਵ ਹੁੰਦਾ। ਜੋ ਸੰਘਰਸ਼ ਚੱਲ ਰਿਹਾ, ਜੇਕਰ ਸੈਂਟਰ ਸਰਕਾਰ ਯੂਨੀਵਰਸਿਟੀ ਨੂੰ ਆਪਣੇ ਅੰਡਰ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਆ, ਪੰਜਾਬ ਦੀ ਸਟੂਡੈਂਟ ਪੋਲੀਟਿਕਸ ਦੇ ਉੱਪਰ ਜਾਂ ਆਉਣ ਵਾਲੀ ਪੰਜਾਬ ਦੀ ਚਾਹੇ ਵੱਡੇ ਪੱਧਰ ਦੀ ਰਾਜਨੀਤੀ ਹੋਵੇ, ਕੀ ਅਸਰ ਇਹਦਾ ਪੈ ਸਕਦਾ ਹੈ ਜੇਕਰ ਇਹ ਲੜਾਈ ਜਿਹੜੀ ਆ ਸੈਨੇਟ ਦੀ, ਆਪਣੇ ਸਾਬਕਾ ਵਿਦਿਆਰਥੀ ਜਿਹੜੀ ਆ ਕਿਤੇ ਪਿੱਛੇ ਰਹਿ ਜਾਂਦੇ ਨੇ, ਕਿਤੇ ਹਾਰ? ਇੱਕ ਤਾਂ ਜੀ ਪੰਜਾਬ, ਦੂਜਾ ਨੌਜਵਾਨ, ਤੀਜਾ ਪੜ੍ਹੇ ਲਿਖੇ ਨੌਜਵਾਨ। ਸੋ ਲੜਾਈ ਤਾਂ ਅਸੀਂ ਹਾਰਦੇ ਨਹੀਂ। ਸੈਨੇਟ ਦੀ ਇਲੈਕਸ਼ਨ ਤਾਂ ਹੋਊਗੀ, ਚਾਹੇ ਮੋਦੀ ਦੇ ਧੌਣ 'ਤੇ ਗੋਡਾ ਰੱਖ ਕੇ ਕਰਾਉਣੀ ਪਵੇ, ਚਾਹੇ ਉਹ ਪਿਆਰ ਨਾਲ ਕਰਾ ਲਵੇ। ਅਤੇ ਯੂਨੀਵਰਸਿਟੀ ਨੂੰ ਜਿਹੜੀ ਖੋਹਣ ਦੀ ਸਾਜ਼ਿਸ਼ ਆ, ਨਾ ਤਾਂ ਉਹ ਪੂਰੀ ਹੋਣੀ ਆ। ਦੇਖੋ ਉਹਦਾ ਆਪਣਾ ਜ਼ੋਰ ਆ, ਉਹਨੇ ਆਪਣੀ ਰਾਜਨੀਤੀ ਖੇਲਣੀ ਆ, ਜ਼ੋਰ ਲਾਉਣਾ, ਅਤੇ ਅਸੀਂ ਆਪਣਾ ਲਾਉਣਾ, ਪੰਜਾਬ ਨੇ ਆਪਣਾ ਲਾਉਣਾ। ਤੁਸੀਂ ਐਡੇ ਵੱਡੇ ਪ੍ਰਸ਼ਾਸਨ ਦੇ ਨਾਲ, ਐਡੇ ਵੱਡੇ ਸਿਸਟਮ ਦੇ ਨਾਲ ਜਿਹੜੀਆਂ ਸਾਬਕਾ ਵਿਦਿਆਰਥੀ ਟੱਕਰ ਲੈ ਰਹੇ ਨੇ, ਕਾਮ ਘਰਾਂ ਤੋਂ ਉੱਠੇ ਹੋਏ ਨੌਜਵਾਨ ਨੇ, ਜ਼ਿਆਦਾਤਰ ਵਿਦਿਆਰਥੀ ਵਰਗ ਜਿਹੜਾ ਆਪਣੇ ਪਿੰਡਾਂ ਤੋਂ ਉੱਠਿਆ ਹੋਇਆ ਜਾਂ ਹਰਿਆਣੇ ਦੇ ਪਿੰਡਾਂ 'ਚ ਉੱਠਿਆ ਹੋਇਆ, ਤੁਹਾਨੂੰ ਕੀ ਲੱਗਦਾ ਕਿ ਉਹ, ਮੇਰਾ ਸਵਾਲ ਤੁਹਾਨੂੰ ਇਹ ਤਾਂ ਹੀ ਸੀ ਕਿ ਐਡੇ ਵੱਡੇ ਸਿਸਟਮ ਦੇ ਨਾਲ ਜਿਹੜੇ ਸਾਬਕਾ ਵਿਦਿਆਰਥੀ ਨੇ ਉੱਥੇ ਦੇ, ਜਿਨ੍ਹਾਂ ਦੇ ਮਨ ਦੇ ਨਾਲ ਯੂਨੀਵਰਸਿਟੀ ਜੁੜੀ ਹੋਈ, ਉਹ ਕਿਸ ਤਰ੍ਹਾਂ ਟੱਕਰ ਲੈ ਲੈਣਗੇ, ਕਿਸ ਤਰ੍ਹਾਂ ਇਹ ਲੜਾਈ ਜਿੱਤ ਜਾਣਗੇ? ਦੇਖੋ, ਲੜਾਈਆਂ ਲੋਕਤੰਤਰ ਆ, ਲੜਾਈ ਵੀ ਲੜ ਹੋਊਗੀ। ਲੋਕਤੰਤਰ 'ਚ ਇਕੱਲੀ ਧੱਕਾ ਮੁੱਕੀ ਨਾਲ ਲੜਾਈਆਂ ਨਹੀਂ ਜਿੱਤੀਆਂ ਜਾਂਦੀਆਂ, ਹਥਿਆਰਾਂ ਨਾਲ ਲੜਾਈਆਂ ਨਹੀਂ ਜਿੱਤੀਆਂ ਜਾਂਦੀਆਂ। ਇਸ 'ਤੇ ਸਾਡੇ ਕੋਲ ਅਦਾਲਤਾਂ ਬਣੀਆਂ ਨੇ, ਰੂਲਸ ਬਣੇ ਨੇ, ਰੈਗੂਲੇਸ਼ਨ ਬਣੇ ਨੇ, ਕਾਨੂੰਨ ਬਣੇ ਨੇ, ਅਤੇ ਕਾਨੂੰਨਾਂ ਤੋਂ ਬਾਹਰ ਕੋਈ ਨਹੀਂ ਜਾ ਸਕਦਾ। ਇਹ ਕਾਨੂੰਨਾਂ ਰਾਹੀਂ ਵੀ ਲੜਾਈ ਲੜੀ ਜਾਣੀ ਆ ਆਪਣੇ ਹੱਕਾਂ ਦੀ, ਧਰਨੇ ਪ੍ਰਦਰਸ਼ਨਾਂ ਨਾਲ ਵੀ ਲੜੀ ਜਾਣੀ ਆ। ਬਹੁਤ ਰਸਤੇ ਨੇ, ਇਲੈਕਸ਼ਨ ਤਾਂ ਹੋ ਕੇ ਰਹੂਗੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਬਸ ਲੋਕਾਂ ਨੂੰ ਇੱਕ ਸੋਚ ਦਾ ਪਤਾ ਲੱਗਣਾ ਚਾਹੀਦਾ ਕਿ BJP ਦੀ, RSS ਦੀ ਜਿਹੜੀ ਸੋਚ ਆ ਸਾਡੇ 'ਤੇ ਕਬਜ਼ਾ ਕਰਨ ਦੀ, ਉਹ ਖੁੱਲ੍ਹ ਕੇ ਸਾਹਮਣੇ ਆ ਰਹੀ ਆ, ਅਤੇ ਲੋਕ ਜਾਗਰੂਕ ਹੋ ਰਹੇ ਨੇ। ਅਤੇ ਸਰਕਾਰਾਂ ਦਾ ਕੀ ਹੈ, 2024 'ਚ ਵੋਟਾਂ। ਇਹ ਕੋਈ ਰਾਜਾਸ਼ਾਹੀ ਤਾਂ ਹੈ ਨਹੀਂ ਕਿ ਮੋਦੀ ਨੇ ਸਾਰੀ ਜ਼ਿੰਦਗੀ ਦਾ ਠੇਕਾ ਲੈ ਲਿਆ ਸਾਡੇ 'ਤੇ ਰਾਜ ਕਰਨ ਦਾ। ਜੇ ਇਹੋ ਜਿਹੀਆਂ ਹਰਕਤਾਂ ਉਹਦੀਆਂ ਰਹੀਆਂ, ਲੋਕ ਬਦਲ ਦੇਣਗੇ, ਸਰਕਾਰਾਂ ਬਦਲਣਗੀਆਂ, ਕਾਨੂੰਨ ਵੀ ਬਦਲਣਗੇ। ਇਹ ਇੱਥੇ ਕੋਈ ਚੀਜ਼ ਸਥਾਈ ਨਹੀਂ ਹੈਗੀ, ਅਸਥਾਈ ਚੀਜ਼ਾਂ ਬਦਲਦੀਆਂ ਰਹਿਣਗੀਆਂ। ਇਹ ਜ਼ੋਰ ਅਜ਼ਮਾਇਸ਼ ਆ, ਚੱਲਦੀ ਰਹੂਗੀ। ਲੜਾਈ ਬੇਸ਼ੱਕ ਸੈਂਟਰ ਸਰਕਾਰ ਦੇ ਨਾਲ ਆ, ਤੁਸੀਂ ਵਾਰ-ਵਾਰ BJP ਦੀ ਕਿ ਸਿੱਧੀ ਟੱਕਰ ਜਿਹੜੀ ਆ ਸਟੂਡੈਂਟਾਂ ਦੀ BJP ਦੇ ਨਾਲ ਆ, ਨਰਿੰਦਰ ਮੋਦੀ ਸਰਕਾਰ ਦੇ ਨਾਲ। ਪਰ ਜੇਕਰ ਹੁਣ ਆਪਾਂ ਪੰਜਾਬ ਦੇ ਵਿੱਚ ਬੈਠੇ ਹਾਂ, ਯੂਨੀਵਰਸਿਟੀ 'ਤੇ ਜਿਹੜਾ ਪੰਜਾਬ ਦਾ ਅਧਿਕਾਰ ਹੈਗਾ, ਪੰਜਾਬ ਗੌਰਮੈਂਟ ਦੀ ਗੱਲ ਕੀਤੀ ਜਾਵੇ, ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ, ਕੀ ਰੋਲ ਜਿਹੜਾ ਯੂਨੀਵਰਸਿਟੀ ਨੂੰ ਬਚਾਉਣ ਦੇ ਵਿੱਚ, ਯੂਨੀਵਰਸਿਟੀ ਨੂੰ ਪੰਜਾਬ ਦੇ ਹੱਥ ਦੇ ਵਿੱਚ ਰੱਖਣ ਦੇ ਵਿੱਚ ਪੰਜਾਬ ਸਰਕਾਰ ਰੋਲ ਅਦਾ ਕਰ ਸਕਦੀ ਆ? ਦੇਖੋ, ਸਰਕਾਰਾਂ ਕੋਈ ਵੀ ਹੋਣ, ਜਿਹੜੀ ਇਹ ਲੋਕਾਂ ਦੀ ਗੱਲ ਹੁੰਦੀ ਹੈ ਨਾ, ਇਹ ਲੋਕ ਹੀ ਕਰਦੇ ਨੇ। ਸਰਕਾਰਾਂ ਕੀ ਕਰਨਗੀਆਂ? ਇਹ ਤਾਂ ਆਪ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਦੀ ਲੜਾਈ ਲੜ ਰਿਹਾ, ਅਮਿਤ ਸ਼ਾਹ ਜੀ ਕੋਲ ਜਾ ਕੇ ਹਾਜ਼ਰੀ ਲਵਾ ਰਿਹਾ, ਮੋਦੀ ਕੋਲ ਗੁਲਦਸਤੇ ਭੇਂਟ ਕਰਦਾ। ਇਹ ਲੜਾਈ ਨਹੀਂ ਲੜ ਸਕਦੇ ਤੁਹਾਡੀ। ਇਹ ਤਾਂ ਜਦੋਂ ਲੋਕਾਂ ਦਾ ਇਕੱਠ ਹੁੰਦਾ, ਜਿਵੇਂ ਕਿਸਾਨੀ ਦੀ ਗੱਲ ਚੱਲੀ ਸੀ, ਇਹਨਾਂ ਲੋਕਾਂ ਨੇ ਤਾਂ ਸਿਫਤਾਂ ਕਰੀਆਂ। ਕੈਪਟਨ ਅਮਰਿੰਦਰ ਸਿੰਘ ਮੀਟਿੰਗਾਂ 'ਚ ਜਾਂਦਾ ਰਿਹਾ, ਮਨਪ੍ਰੀਤ ਜਾਂਦਾ ਰਿਹਾ, ਅਕਾਲੀ ਦਲ ਬਾਦਲ ਵਾਲੇ ਸਿਫਤਾਂ ਕਰਦੇ ਰਹੇ ਨੇ। ਉਹ ਤਾਂ ਜਦੋਂ ਲੋਕ ਇਕੱਠੇ ਹੁੰਦੇ ਆ ਨਾ, ਜਦੋਂ ਕਿਸਾਨ ਇਕੱਠੇ ਹੋਏ, ਮਜ਼ਦੂਰ ਇਕੱਠੇ ਹੋਏ, ਨੌਜਵਾਨ ਇਕੱਠੇ ਹੋਏ, ਫਿਰ ਇਹਨਾਂ ਨੂੰ ਚਿੰਤਾ ਹੋਣ ਲੱਗਦੀ ਹੈ, ਆਪਣੀ ਕੁਰਸੀ ਹਿਲਦੀ। ਇਹਨਾਂ ਨੂੰ ਲੱਗਦਾ ਵੀ ਸਾਡੀਆਂ ਕੁਰਸੀ ਦੀਆਂ ਜਿਹੜੀਆਂ ਪੈਰ ਨੇ, ਲੱਤਾਂ ਨੇ, ਵੀ ਲੋਕਾਂ ਨੇ ਉਹ ਫੜ ਕੇ ਹਿਲਾ ਦੇਣੀਆਂ। ਇਹ ਲੋਕਾਂ ਤੋਂ ਡਰਦੇ ਸਿੱਧੇ ਰਾਹ ਤੁਰਦੇ ਨੇ। ਸੋ ਇੱਥੇ ਵੀ ਅੱਜ ਦੀ ਡੇਟ 'ਚ ਸਰਕਾਰ ਵੱਲੋਂ ਕੋਈ ਜ਼ਿਆਦਾ ਜ਼ੋਰ ਅਜ਼ਮਾਇਸ਼ ਨਹੀਂ ਹੋ ਰਹੀ। ਅਤੇ ਜਦੋਂ ਲੋਕ ਰੋਹ
ਲੋਕ ਸੜਕਾਂ 'ਤੇ ਉਤਰਨਗੇ, ਜਦੋਂ ਇਹਨਾਂ ਦੇ ਖਿਲਾਫ ਲੋਕ ਇਕੱਠੇ ਹੋਣਗੇ, ਫਿਰ ਆਪਣੀ ਕੁਰਸੀ ਦੀ ਲੜਾਈ ਹੈ ਜਿਹੜੀ ਉਹਦੇ ਵਾਸਤੇ ਲੋਕਾਂ ਦੇ ਨਾਲ ਆ ਕੇ ਖੜ੍ਹਦੇ ਨੇ। ਪਹਿਲਾਂ ਤਾਂ ਇਹ ਮਿਲ ਕੇ ਹੀ ਕੰਮ ਕਰਦੇ ਨੇ। ਜਨਾਬ ਜੀ, ਤੁਸੀਂ ਕਹਿ ਰਹੇ ਹੋ ਕਿ ਸਰਕਾਰ ਕੁਝ ਨਹੀਂ ਕਰਦੀ ਹੁੰਦੀ, ਸਰਕਾਰ ਕੁਝ ਨਹੀਂ ਕਰ ਰਹੀ, ਪਰ ਜੇਕਰ ਦੇਖਿਆ ਜਾਵੇ ਪੰਜਾਬ ਲੀਡਰਸ਼ਿਪ ਆਮ ਆਦਮੀ ਪਾਰਟੀ, ਚਾਹੇ ਉਹ ਭਗਵੰਤ ਮਾਨ ਜੀ ਹੋਣ, ਜੇਕਰ ਸਿੱਧੇ ਨਾਂ ਲਵਾਂ, ਜਾਂ ਹੋਰ ਕਾਫੀ ਲੀਡਰਸ਼ਿਪ, ਉਨੀ ਖੁੱਲ੍ਹ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਹੀਂ ਆਪਣੀ ਹਾਜ਼ਰੀ ਲਗਵਾ ਰਹੇ, ਜਾਂ ਨਹੀਂ ਉੱਥੇ ਖੁੱਲ੍ਹ ਕੇ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਆ ਰਹੇ, ਉੱਥੇ ਦੇ ਲੜ ਰਹੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆ ਰਹੇ। ਫਿਰ ਤੁਹਾਨੂੰ ਵੀ ਅਸੀਂ ਪੰਜਾਬ ਸਰਕਾਰ ਵਾਲੀ ਤੱਕੜੀ ਦੇ ਵਿੱਚ ਤੋਲ ਕੇ ਦੇਖੀਏ? ਨਹੀਂ ਨਹੀਂ, ਇਹ ਤੁਹਾਨੂੰ ਵਹਿਮ ਆ। ਅਸੀਂ ਪਹਿਲੇ ਦਿਨ ਤੋਂ ਇਸ ਮੁੱਦੇ ਨਾਲ ਜੁੜੇ ਹੋਏ ਹਾਂ ਅਤੇ ਸਾਡੇ ਸਾਥੀ ਉੱਤੇ ਸੈਨੇਟ ਦੀਆਂ ਇਲੈਕਸ਼ਨਾਂ ਵੀ ਲੜਨਗੇ। ਤੁਸੀਂ ਤਾਂ ਸਾਬਕਾ ਸਟੂਡੈਂਟ ਹੈਗੇ ਹੋ ਨਾ, ਤੁਹਾਡਾ ਤਾਂ ਦਿਲ ਹੀ ਜੁੜਿਆ। ਮੈਂ ਐਜ਼ ਅ ਪੋਲੀਟੀਕਲ ਲੀਡਰ ਤੁਹਾਨੂੰ ਜੇ ਸਵਾਲ ਕੀਤਾ ਜਾਵੇ, ਕਿਉਂਕਿ ਤੁਸੀਂ ਇੱਕ ਪਾਰਟੀ ਦੇ ਨਾਲ ਜੁੜੇ ਹੋਏ ਹੋ, ਹਾਇਰ ਲੀਡਰਸ਼ਿਪ ਆਮ ਆਦਮੀ ਪਾਰਟੀ ਪੰਜਾਬ ਦੀ, ਉਹ ਕਿਉਂ ਨਹੀਂ ਖੁੱਲ੍ਹ ਕੇ ਜਿਹੜਾ ਇਸ ਮੁੱਦੇ ਦੇ ਵਿੱਚ ਪੰਜਾਬ ਦੇ ਨਾਲ ਖੜ ਰਹੇ? ਨਹੀਂ ਨਹੀਂ, ਖੜੇ ਪੰਜਾਬ ਨਾਲ ਤੁਸੀਂ ਗੱਲ ਨਹੀਂ ਸਮਝਦੇ। ਹਰ ਇੱਕ ਮੁੱਦੇ ਨੂੰ ਆਪਾਂ ਪੋਲੀਟੀਸਾਈਜ਼ ਨਹੀਂ ਕਰ ਸਕਦੇ। ਉਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ। ਬਿਲਕੁਲ, ਤੁਸੀਂ ਗੱਲ ਨੂੰ ਸਮਝੋ। ਉਹ ਕੋਈ ਬੀਜੇਪੀ ਇਨਡਾਇਰੈਕਟਲੀ ਕੰਮ ਕਰਦੀ ਹੈ ਉੱਥੇ, ਉਹ ਖੁੱਲ੍ਹ ਕੇ ਨਹੀਂ ਕਹਿੰਦੀ ਵੀ ਅਸੀਂ ਇਹ ਕੰਮ ਕਰਨਾ ਹੈ। ਤਾਂ ਸਾਨੂੰ ਪਤਾ ਹੈ, ਉੱਥੋਂ ਦੇ ਹਾਲਾਤਾਂ ਤੋਂ ਪਤਾ ਲੱਗਦਾ ਨਾ ਵੀ ਇਹ ਕੰਮ ਹੋ ਰਿਹਾ ਹੈ। ਇਹ ਕੋਈ ਪੋਲੀਟੀਕਲ ਮੁੱਦਾ ਤਾਂ ਹੈ ਨਹੀਂ। ਅਤੇ ਜੇ ਉੱਥੇ ਅਸੀਂ ਐਜ਼ ਏ ਪੋਲੀਟੀਕਲ ਲੀਡਰ ਜਾਂਦੇ ਹਾਂ ਤਾਂ ਉਹ ਪੋਲੀਟੀਕਲ ਮੁੱਦਾ ਹੋ ਜਾਂਦਾ ਹੈ। ਸਟੂਡੈਂਟ ਆ, ਵੋਟਰ ਆ, ਸੈਨੇਟ ਦੇ ਮੈਂਬਰ ਨੇ, ਉਹ ਕਿਸੇ ਪਾਰਟੀ ਵੱਲੋਂ ਇਲੈਕਸ਼ਨ ਨਹੀਂ ਲੜਦੇ, ਉਹ ਇੰਡੀਪੈਂਡੈਂਟ ਇਲੈਕਸ਼ਨ ਲੜਦੇ ਨੇ। ਉਹਨਾਂ ਨੇ ਕਿਸੇ ਪਾਰਟੀ ਦੇ ਝੰਡੇ ਥੱਲੇ ਇਲੈਕਸ਼ਨ ਨਹੀਂ ਲੜਨੀ। ਇਸ ਕਰਕੇ ਅਸੀਂ ਉਹਨੂੰ ਪੋਲੀਟੀਸਾਈਜ਼ ਨਹੀਂ ਕਰ ਸਕਦੇ। ਮੁੱਦੇ ਨੂੰ ਐਜ਼ ਏ ਸਟੂਡੈਂਟ, ਐਜ਼ ਏ ਪੰਜਾਬ ਦੇ ਨੌਜਵਾਨ ਲਾ ਲਓ ਜਾਂ ਪੰਜਾਬ ਦੇ ਚਿੰਤਕ ਲਾ ਲਓ, ਉਹ ਇਹ ਲੜਾਈ ਉਸ ਤਰ੍ਹਾਂ ਲੜ ਹੋਣੀ ਆ। ਹਾਂ, ਪਰ ਜਿੱਥੇ ਲੋੜ ਹੋਊਗੀ, ਜਿਸ ਪਲੇਟਫਾਰਮ 'ਤੇ ਬੋਲਣ ਦੀ ਲੋੜ ਹੋਊਗੀ, ਪਾਰਲੀਮੈਂਟ 'ਚ ਬੋਲਣ ਦੀ ਲੋੜ ਹੋਊਗੀ, ਤਾਂ ਉੱਥੇ ਭਗਵੰਤ ਸਿੰਘ ਜੀ ਮਾਨ ਬੋਲਣਗੇ। ਜਿੱਥੇ ਬੋਲਣ ਦਾ ਮਤਲਬ ਕੋਈ ਮੁੱਲ ਹੋਊਗਾ, ਉੱਥੇ ਗੱਲ ਰੱਖੀ ਜਾਊਗੀ, 'ਚ ਕੋਈ ਦੋ ਰਾਏ ਨਹੀਂ ਹੈਗੀ। ਪਾਰਲੀਮੈਂਟ 'ਚ ਵਿੱਚ ਵੀ ਇਹ ਮੁੱਦਾ ਰੱਖਿਆ ਜਾਊਗਾ। ਜੇ ਕੋਈ ਕੁਐਸਚਨ ਲਾਉਣਾ ਪਿਆ, ਕੁਐਸਚਨ ਵੀ ਲਾਉਣਾ ਪਿਆ, ਉਹ ਵੀ ਲਾਇਆ ਜਾਊਗਾ। ਉੱਥੇ ਲੜਾਈ ਲੜਾਂਗੇ। ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਹਰ ਜਗ੍ਹਾ ਮਤਲਬ ਜਾ ਕੇ ਉੱਥੇ ਧਰਨੇ 'ਤੇ ਬੈਠ ਜਾਓ, ਪੋਸਟਾਂ ਫੇਸਬੁੱਕ 'ਤੇ ਪਾ ਦਿਓ। ਇਹਦੇ ਨਾਲ ਲੜਾਈ ਨਹੀਂ ਲੜ ਹੋਣੀ। ਲੜਾਈ ਲੜ ਹੋਣੀ ਆ ਕਾਨੂੰਨਾਂ ਨਾਲ। ਮੁੱਦਾ ਪੰਜਾਬ ਦੇ ਭਵਿੱਖ ਦਾ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ, ਮੁੱਦਾ ਪੰਜਾਬ ਦੀ ਜਵਾਨੀ ਦਾ ਤੁਸੀਂ ਨੇ ਪਹਿਲਾਂ ਗੱਲ ਕੀਤੀ। ਸਵਾਲ ਕਾਫੀ ਲੋਕ ਨੇ ਜਿਹੜੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ, ਜੋ ਮਾਣਯੋਗ ਮੁੱਖ ਮੰਤਰੀ ਦਿੱਲੀ ਨੇ, ਉਹਨਾਂ ਦੇ ਉੱਪਰ ਵੀ ਚੱਕ ਰਹੇ ਨੇ। ਕਹਿੰਦੇ ਕਿ ਸਮੇਂ-ਸਮੇਂ 'ਤੇ ਕੇਜਰੀਵਾਲ ਸਾਹਿਬ ਜਿਹੜੇ ਨੇ ਹਰਿਆਣੇ ਦੇ ਨਾਲ ਖੜ੍ਹਦੇ ਆਏ ਨੇ ਜਾਂ ਦਿੱਲੀ ਦੇ ਨਾਲ ਖੜ੍ਹਦੇ ਆਏ ਨੇ। ਕੀ ਆਪਾਂ ਦੇਖਾਂਗੇ ਕਿ ਕੇਜਰੀਵਾਲ ਸਾਹਿਬ ਖੁੱਲ੍ਹ ਕੇ ਇੱਕ ਪੰਜਾਬ ਹਮਾਇਤੀ ਹੋਣ ਦੇ ਨਾਂ 'ਤੇ, ਜੇਕਰ ਤੁਸੀਂ ਕਹਿੰਦੇ ਹੋ ਪੰਜਾਬ ਦੇ ਹੱਕ ਦੇ ਵਿੱਚ ਖੜਨਗੇ, ਆਪਾਂ ਦੇਖਾਂਗੇ ਉਹਨਾਂ ਨੂੰ ਇੱਥੇ ਖੜ੍ਹਦੇ, ਜਾਂ ਉਹ ਸ਼ਾਂਤ ਰਹਿਣਗੇ ਹਾਲੇ ਤੱਕ? ਨਹੀਂ ਨਹੀਂ, ਦੇਖੋ, ਆਪਾਂ ਪੰਜਾਬ ਨਾਲ ਖੜ੍ਹਦੇ, ਹਰਿਆਣਾ ਨਾਲ ਖੜ੍ਹਦੇ, ਆਪਾਂ ਇੱਦਾਂ ਗੱਲ ਨਹੀਂ ਕਰ। ਇਹ ਕੋਈ ਦੂਜੇ ਸੂਬੇ ਆ ਜਿਹੜੇ, ਇਹ ਦੂਜੀ ਕੋਈ ਕੰਟਰੀ ਨਹੀਂ ਹੈਗੇ। ਹਰਿਆਣਾ ਕੋਈ ਪਾਕਿਸਤਾਨ ਤਾਂ ਹੈ ਨਹੀਂ। ਪਰ ਯੂਨੀਵਰਸਿਟੀ ਦੇ ਹੱਕ ਤਾਂ ਜੋ ਪੰਜਾਬ ਦਾ ਹੈ ਨਾ ਸਭ ਤੋਂ ਪਹਿਲਾਂ। ਇਹਦੇ 'ਚ ਹਰਿਆਣੇ ਦਾ ਤਾਂ ਕੋਈ ਰੌਲਾ ਹੀ ਨਹੀਂ, ਦਿੱਲੀ ਦਾ ਤਾਂ ਕੋਈ ਰੌਲਾ ਹੀ ਨਹੀਂ। ਦਿੱਲੀ, ਕੇਂਦਰ ਸਰਕਾਰ ਦਿੱਲੀ ਦੇ ਵਿੱਚ ਬੈਠੀ। ਸਰ, ਮੈਂ ਤੁਹਾਨੂੰ ਤਾਂ ਸਵਾਲ ਇਹ ਕੀਤਾ ਕਿ ਕੇਂਦਰ ਸਰਕਾਰ ਜਿਹੜੀ ਉਹ ਦਿੱਲੀ ਦੇ ਵਿੱਚ ਬੈਠੀ, ਤਾਂ ਕਰਕੇ ਮੈਂ ਦਿੱਲੀ ਸ਼ਬਦ ਯੂਜ਼ ਕਰ ਰਿਹਾ। ਦਿੱਲੀ ਦਾ ਮੇਰਾ ਮਤਲਬ ਹੈਗਾ ਸੈਂਟਰ ਦੀ ਸਰਕਾਰ। ਦੇਖੋ, ਸੈਂਟਰ ਦੀ ਤਾਂ ਸਰਕਾਰ ਹੈ ਬੀਜੇਪੀ ਦੇ ਨਾ। ਅਰਵਿੰਦ ਕੇਜਰੀਵਾਲ ਤਾਂ ਦਿੱਲੀ ਦਾ ਮੁੱਖ ਮੰਤਰੀ ਆ, ਅਤੇ ਦਿੱਲੀ ਦਾ ਵੀ ਮੁੱਖ ਮੰਤਰੀ, ਉਹਦੀਆਂ ਤਾਕਤਾਂ ਇੰਨੀਆਂ ਕੁ ਘਟਾਤੀਆਂ ਕਾਨੂੰਨ ਬਣਾ ਕੇ ਉਹਨਾਂ ਨੇ, ਕਿ ਉਹ ਇੱਕ ਜਿੱਦਾਂ ਦਾ ਮੇਅਰ ਲਾ ਲਓ ਕਿਸੇ ਸ਼ਹਿਰ ਦਾ, ਉਹ ਇਹੋ ਜਿਹਾ ਦਿੱਲੀ ਦੇ ਮੁੱਖ ਮੰਤਰੀ ਕੋਲ ਪਾਵਰਾਂ ਨੇ। ਠੀਕ ਹੈ। ਅਤੇ ਜਿਵੇਂ ਤੁਸੀਂ ਸਟੂਡੈਂਟ ਪੋਲੀਟਿਕਸ ਦੀ ਗੱਲ ਕੀਤੀ ਤਾਂ ਹੱਕਾਂ ਦੀ ਗੱਲ ਕੀਤੀ, ਤੁਹਾਨੂੰ ਯਾਦ ਹੋਣਾ ਜਦੋਂ ਮੋਦੀ ਸਰਕਾਰ ਨੇ ਕਨ੍ਹਈਆ ਕੁਮਾਰ ਅਤੇ ਉਹਦੇ ਸਾਥੀਆਂ 'ਤੇ ਪਰਚਾ ਕੀਤਾ, ਤਾਂ 3 ਸਾਲ ਤੱਕ ਅਰਵਿੰਦ ਕੇਜਰੀਵਾਲ ਨੇ ਉਹਦੇ 'ਤੇ ਪਰਚਾ ਨਹੀਂ ਹੋਣ ਦਿੱਤਾ, ਕਿਉਂਕਿ ਉਹਦੇ 'ਚ ਦਿੱਲੀ ਸਰਕਾਰ ਦਾ ਕੰਸੈਂਟ ਜ਼ਰੂਰੀ ਸੀ। 3 ਸਾਲ ਤੱਕ ਉਸ ਚੀਜ਼ ਨੂੰ ਹੋਲਡ ਕਰਕੇ ਰੱਖਿਆ, ਪੂਰੀ ਪੈਰਵੀ ਕੀਤੀ, ਅਤੇ ਉੱਥੇ JNU 'ਚ ਵੀ ਉਹਨਾਂ ਦਾ ਸਾਥ ਦਿੱਤਾ। ਤੁਹਾਨੂੰ ਯਾਦ ਹੋਣਾ, ਅਸੀਂ ਪਹਿਲੇ ਦਿਨ ਤੋਂ ਇਸ ਚੀਜ਼ ਦੇ ਹੱਕ 'ਚ ਹਾਂ। ਸਾਡੀ ਪਾਰਟੀ ਇਸ ਚੀਜ਼ ਦੇ ਹੱਕ 'ਚ ਆ ਕਿ ਹਰ ਵਿਦਿਆਰਥੀ ਨੂੰ ਉਹਦੀ ਸੋਚ ਆ ਜਿਹੜੀ, ਉਹਦੇ ਹਿਸਾਬ ਨਾਲ ਪੜ੍ਹਨ ਦਾ, ਉਹਦੇ ਹਿਸਾਬ ਨਾਲ ਪੋਲੀਟੀਕਲ ਪਾਰਟੀ ਜੁਆਇਨ ਕਰਨ ਦਾ, ਆਪਣੀਆਂ ਗੱਲਾਂ ਰੱਖਣ ਦਾ ਹੱਕ ਹੋਣਾ ਚਾਹੀਦਾ ਹੈ। ਅਤੇ ਇਸੇ ਕਰਕੇ ਹੀ ਅਰਵਿੰਦ ਕੇਜਰੀਵਾਲ ਨੂੰ BJP ਵਾਲੇ ਨਕਸਲਾਈਟ ਕਹਿੰਦੇ ਆ, ਨਕਸਲਵਾਦੀ, ਸੁਣਿਆ ਹੋਣਾ ਤੁਸੀਂ। ਉਹਦਾ ਕਾਰਨ ਇਹੀ ਹੈ ਕਿ ਅਸੀਂ ਉੱਥੇ JNU 'ਚ ਉਹਨਾਂ ਵਿਦਿਆਰਥੀਆਂ ਦਾ ਸਾਥ ਦਿੰਦੇ ਹਾਂ ਜਿਹੜੇ ਥੋੜ੍ਹੀ ਕਮਿਊਨਿਸਟ ਵਿਚਾਰਧਾਰਾ ਤੋਂ, ਭਾਈ ਕਨ੍ਹਈਆ ਕੁਮਾਰ, ਉਹ ਕਾਮਰੇਡ ਕਹਿ ਦਿੰਦੇ ਆਪਾਂ ਪੰਜਾਬ 'ਚ, ਕਮਿਊਨਿਸਟ ਪਾਰਟੀ ਨੂੰ ਬਿਲੋਂਗ ਕਰਦਾ, ਅਤੇ ਉਹਨਾਂ ਤੋਂ ਇਲੈਕਸ਼ਨ ਵੀ ਲੜਿਆ ਸੀ। ਸੋ
ਵਿਚਾਰਧਾਰਾ ਉਹਨਾਂ ਦੀ ਆਪਣੀ ਆ, ਸਾਨੂੰ ਇਹਦੇ 'ਚ ਕੋਈ ਉਹ ਨਹੀਂ, ਪਰ ਅਸੀਂ ਉਹਨਾਂ ਨੂੰ ਹੱਕ ਦੇਣਾ ਚਾਹੁੰਦੇ ਹਾਂ। ਅਤੇ ਇਸੇ ਤਰ੍ਹਾਂ ਪੰਜਾਬ 'ਚ ਪੰਜਾਬ ਦੀ ਲੜਾਈ ਪੰਜਾਬ ਲੜੂਗਾ। ਅਸੀਂ ਹਰ ਲੜਾਈ ਲਈ ਵੀ ਬਾਹਰ ਦੇਖੀਏ ਵੀ ਫਲਾਣਾ ਕੀ ਕਰੂਗਾ, ਉਹ ਕੀ ਕਰੂਗਾ, ਉਹਨੂੰ ਛੱਡ ਕੇ ਅਸੀਂ ਪੰਜਾਬ 'ਚ ਬੈਠੇ ਹਾਂ। ਪੰਜਾਬ ਦੀ ਲੜਾਈ ਅਸੀਂ ਲੜਾਂਗੇ, ਪੰਜਾਬ ਦੇ ਲੋਕ ਲੜਨਗੇ। ਇੱਕ ਆਖਰੀ ਸਵਾਲ ਐਜ਼ ਆ ਸਾਬਕਾ ਸਟੂਡੈਂਟ, ਐਕਸ ਸਟੂਡੈਂਟ ਯੂਨੀਵਰਸਿਟੀ ਦਾ ਤੋਂ ਸਵਾਲ ਕੀਤਾ ਜਾਵੇ ਕਿ ਜੇਕਰ ਇਹਨਾਂ ਧਰਨੇ ਪ੍ਰਦਰਸ਼ਨਾਂ ਦੇ ਨਾਲ ਲੜਾਈ ਲੰਬੀ ਖਿੱਚਦੀ ਜਾਂ ਨਹੀਂ ਕੁਝ ਬਣ ਪਾਉਂਦਾ ਯੂਨੀਵਰਸਿਟੀ ਦਾ, ਸਾਬਕਾ ਸਟੂਡੈਂਟਸ ਦੀ ਜੋ ਜਥੇਬੰਦੀ ਹੈਗੀ, ਜੋ ਤੁਹਾਡਾ ਯੂਥ ਹੈਗਾ, ਕੀ ਐਕਸ਼ਨ, ਵੱਡੇ ਐਕਸ਼ਨ ਦੇਖਣ ਨੂੰ ਸਾਨੂੰ ਮਿਲਣਗੇ ਆਉਣ ਵਾਲੇ ਸਮੇਂ ਦੇ ਵਿੱਚ ਯੂਨੀਵਰਸਿਟੀ ਨੂੰ ਲੈ ਕੇ? ਨਹੀਂ, ਤੁਹਾਨੂੰ ਮੈਂ ਦੱਸਿਆ ਜੀ, ਬਹੁਤ ਰਸਤੇ ਹੁੰਦੇ ਆ। ਇਹ ਨਹੀਂ ਹੁੰਦਾ ਵੀ ਉਹ ਕਰੋਨਾ ਦਾ ਬਹਾਨਾ ਲਾ ਰਹੇ ਆ। ਕਰੋਨਾ ਦਾ ਬਹਾਨਾ ਕਿੰਨਾ ਸਮਾਂ ਲਾਉਣਗੇ? ਇੱਕ ਵਾਰੀ ਇਲੈਕਸ਼ਨਾਂ ਮੁਲਤਵੀ ਕਰ ਲਈਆਂ, ਦੂਜੀ ਵਾਰ ਕਰ ਲਈਆਂ, ਤੀਜੀ, ਕਿੰਨੀ ਵਾਰ, ਕਦੋਂ ਤੱਕ ਬਹਾਨੇ ਲਾਉਣਗੇ? ਕਿਸੇ ਨਾ ਕਿਸੇ ਦਿਨ ਤਾਂ ਕਰਾਉਣੀ ਹੀ ਪੈਣੀ ਹੈ। ਅਤੇ ਸਾਡੀ ਕੋਸ਼ਿਸ਼ ਆ, ਚਾਹੇ ਹਾਈ ਕੋਰਟ 'ਚ ਰਿਟ ਪਾਈ ਜਾਵੇ ਅਤੇ ਸੁਪਰੀਮ ਕੋਰਟ ਜਾਣਾ ਪਵੇ, ਇਲੈਕਸ਼ਨਾਂ ਤਾਂ ਹੋਣਗੀਆਂ, 'ਚ ਕੋਈ ਦੋ ਰਾਏ ਨਹੀਂ ਹੈਗੀ। ਬਟ ਪੁਆਇੰਟ ਸਮਝਣ ਦੀ ਲੋੜ ਆ ਕਿ ਉਹ ਕਬਜ਼ਾ ਕਰਨ ਦੀ ਜਿਹੜੀ ਉਹਨਾਂ ਦੀ ਸਾਜ਼ਿਸ਼ ਆ, ਉਹਨੂੰ ਬੇਪਰਦਾ ਕਰਨਾ, ਬੇਨਕਾਬ ਕਰਨਾ ਜ਼ਿਆਦਾ ਜ਼ਰੂਰੀ ਆ। ਸੈਨੇਟ ਦੀਆਂ ਇਲੈਕਸ਼ਨਾਂ ਤਾਂ ਹੋਣਗੀਆਂ, ਕੋਈ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਹੋਣ ਤੋਂ। ਇਹ ਤਾਂ ਤੁਸੀਂ ਮਤਲਬ ਛੱਡ ਦਿਓ ਵੀ ਨਹੀਂ ਹੋਣਗੀਆਂ, ਜਾਂ ਯੂਨੀਵਰਸਿਟੀ ਕਿਤੇ ਚਲੀ ਜਾਊਗੀ। ਯੂਨੀਵਰਸਿਟੀ ਵੀ ਇੱਥੇ ਹੀ ਰਹਿਣੀ ਆ, ਪੰਜਾਬ ਦਾ ਹੱਕ ਵੀ ਰਹਿਣਾ, ਸੈਨੇਟ ਦੀਆਂ ਇਲੈਕਸ਼ਨਾਂ ਵੀ ਹੋਣੀਆਂ, ਸਟੂਡੈਂਟਾਂ ਦੀਆਂ ਇਲੈਕਸ਼ਨਾਂ ਵੀ ਹੋਣੀਆਂ। ਜੋ ਜਿਵੇਂ ਚੱਲਦਾ ਉਵੇਂ ਹੀ ਚੱਲਦਾ ਰਹੂਗਾ। ਪਰ ਸਭ ਤੋਂ ਬੜੀ ਗੱਲ ਆ ਕਿ BJP ਕਿਸ ਹੱਦ ਤੱਕ ਗਿਰ ਰਹੀ ਆ, ਐਜੂਕੇਸ਼ਨਲ ਇੰਸਟੀਟਿਊਟਾਂ 'ਤੇ ਕਬਜ਼ਾ ਕਰਨ ਦੀ ਜਿਹੜੀ ਸਾਜ਼ਿਸ਼ ਆ, ਉਹ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਆ। ਇਹ ਨਾ ਜਿਵੇਂ ਕਿਸਾਨਾਂ ਦੀ ਗੱਲ ਕਰਦੇ ਆ, ਆਪਾਂ ਕਹਿੰਦੇ ਨੇ ਜੀ ਇਕੱਲੇ ਕਿਸਾਨਾਂ ਦੀ ਲੜਾਈ ਆ, ਅੱਜ ਨੌਜਵਾਨਾਂ ਦੀ ਵੀ ਆ ਗਈ, ਵਿਦਿਆਰਥੀਆਂ ਦੀ ਵੀ ਆ ਗਈ, ਆਉਣ ਵਾਲੇ ਸਮੇਂ 'ਚ ਵਪਾਰੀਆਂ ਦੀ ਵੀ ਆਉਣੀ ਆ। ਇਹ ਇੱਕ ਇੱਕ ਕਰਕੇ ਚੀਜ਼ਾਂ ਖੁੱਲ੍ਹ ਕੇ ਬਾਹਰ ਆਉਣਗੀਆਂ ਕਿ BJP ਇਕੱਲੀ ਕਿਸਾਨ ਵਿਰੋਧੀ ਨਹੀਂ, ਇਹ ਵਿਦਿਆਰਥੀ ਵਿਰੋਧੀ ਵੀ ਆ, ਤੁਹਾਡੇ ਧਰਮ ਦੇ ਵੀ ਵਿਰੁੱਧ ਆ, ਤੁਹਾਡੀ ਸੋਚ ਦੇ ਵੀ ਵਿਰੁੱਧ ਆ, ਤੁਹਾਡੀ ਹਰ ਇੱਕ ਆਜ਼ਾਦ ਜਿਹੜਾ ਤੁਹਾਡਾ ਵਿਚਾਰ ਆ ਉਹਦੇ ਖਿਲਾਫ ਆ। ਇਹ ਆਪਣਾ ਤਾਲੀਬਾਨੀ ਰਾਜ ਹੈ ਨਾ, ਜਿਵੇਂ ਅਫਗਾਨਿਸਤਾਨ 'ਚ, ਇਹ ਉਸ ਤਰ੍ਹਾਂ ਦਾ ਰਾਜ ਪੈਦਾ ਕਰਨਾ ਚਾਹੁੰਦੀ ਆ ਕਿ ਜੋ ਇਹ ਕਹਿਣ, ਜੋ ਨਾਗਪੁਰ ਤੋਂ RSS ਦਾ ਆਦੇਸ਼ ਆਵੇ, ਉਹ ਪੂਰੇ ਮੁਲਕ 'ਚ ਲਾਗੂ ਹੋ ਜਾਵੇ। ਉਹਨਾਂ ਦੀ ਸੋਚ ਹੈ ਇਹ, ਪਰ ਉਹਨਾਂ ਦਾ ਕੰਮ ਸੋਚਣਾ, ਸੋਚਣ ਦਿਓ। ਸਾਡਾ ਕੰਮ ਆ ਉਹ ਸੋਚ ਨੂੰ ਰੋਕਣਾ। ਅਸੀਂ ਰੋਕਾਂਗੇ, ਜਾਗਰੂਕ ਕਰਾਂਗੇ, ਲੋਕਾਂ ਨੂੰ ਸਮਝਾਵਾਂਗੇ। BJP ਦਾ ਸਫਾਇਆ ਹੋ ਗਿਆ ਨਾ ਪੰਜਾਬ 'ਚੋਂ, ਪੂਰੇ ਦੇਸ਼ 'ਚੋਂ ਵੀ ਹੋਊਗਾ। ਸਮਾਂ ਲੱਗੂਗਾ, ਬਹੁਤ ਛੇਤੀ ਪੂਰੇ ਦੇਸ਼ 'ਚੋਂ ਤੁਹਾਨੂੰ BJP ਸਾਫ਼ ਹੁੰਦੀ ਨਜ਼ਰ ਆਊਗੀ। ਜਦੋਂ ਸਰਕਾਰਾਂ 'ਚੋਂ BJP ਸਾਫ਼ ਹੋਊਗੀ ਤਾਂ ਇਹਨਾਂ ਦੇ ਜਿਹੜੇ ਸੁਪਨੇ ਆ ਉਸ ਧਰੇ ਦੇ ਧਰੇ ਰਹਿ ਜਾਣਗੇ। ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕਰਨ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਧੰਨਵਾਦ। ਅਤੇ ਇੱਦਾਂ ਦੇ ਮੁੱਦੇ, ਪੰਜਾਬ ਦੇ ਲੋਕ ਹਿੱਤਾਂ ਦੇ ਮੁੱਦੇ ਚੱਕੋ, ਲੋਕਾਂ ਨੂੰ ਜਾਗਰੂਕ ਕਰੀਏ ਅਤੇ ਰਲ ਮਿਲ ਕੇ ਲੜਾਈਆਂ ਲੜ ਹੋਣੀਆਂ ਪੰਜਾਬ ਦੀਆਂ, ਜਿਸ 'ਚ ਸਾਨੂੰ ਸਭ ਨੂੰ ਇਕੱਠੇ ਹੋ ਕੇ ਲੜਨਾ ਪਊਗਾ। ਅਤੇ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਾਬਕਾ ਵਿਦਿਆਰਥੀ, ਉੱਥੇ ਆਪਣੇ ਪੜ੍ਹਾਈ ਕਰ ਚੁੱਕੇ ਭਾਈ ਰਸ਼ਪਿੰਦਰ ਸਿੰਘ ਰਾਜਾ, ਜੋ ਆਮ ਆਦਮੀ ਪਾਰਟੀ ਦੇ ਇੱਕ ਚੰਗੇ ਅਹੁਦੇ 'ਤੇ ਬਿਰਾਜਮਾਨ ਨੇ। ਇਹਨਾਂ ਨੇ ਸਿੱਧੇ ਸ਼ਬਦਾਂ ਦੇ ਵਿੱਚ ਲਲਕਾਰ ਕੇ ਕਿਹਾ ਕਿ ਮੋਦੀ ਸਰਕਾਰ ਜੋ ਕੁਝ ਵੀ ਕਰਨਾ ਚਾਹੁੰਦੀ ਆ, ਆਪਣਾ ਜ਼ੋਰ ਲਗਾ ਕੇ ਦੇਖ ਲਵੇ। ਸੈਨੇਟ ਇਲੈਕਸ਼ਨ ਜਿਹੜੀ ਆ ਹਰ ਹਾਲ ਦੇ ਵਿੱਚ ਹੋਊਗੀ, ਪੰਜਾਬ ਦੀ ਯੂਨੀਵਰਸਿਟੀ ਸੀ ਹਮੇਸ਼ਾ ਰਹੇਗੀ। ਪਾਰਟੀ ਲੈਵਲ 'ਤੇ ਵੀ ਇਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਵਿਦਿਆਰਥੀਆਂ ਦਾ ਜਿਹੜਾ ਸਾਥ ਦੇਣ ਦਾ ਹਰ ਲੈਵਲ 'ਤੇ ਜਿਹੜਾ ਦਾਅਵਾ ਕੀਤਾ, ਵਾਅਦਾ ਕੀਤਾ, ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਇਹਨਾਂ ਗੱਲਾਂ 'ਤੇ ਕਿੰਨਾ ਕੁ ਪੂਰਾ ਉਤਰਦੀ ਆ, ਕਿੰਨਾ ਕੁ ਖਰਾ ਉਤਰਦੀ ਆ। ਆਸ ਕਰਦੇ ਹਾਂ ਸਾਡੇ ਜਿਹੜੇ ਵਿਦਿਆਰਥੀ ਉੱਥੇ ਲੜ ਰਹੇ ਨੇ, ਉਹ ਇੱਕ ਦਿਨ ਇਹ ਲੜਾਈ, ਪੰਜਾਬ ਦੇ ਹੱਕ ਦੀ ਲੜਾਈ ਜ਼ਰੂਰ ਜਿੱਤਣਗੇ। ਸਮਾਂ ਕਦੋਂ ਆਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ। ਪ੍ਰਾਈਡ ਪੰਜਾਬ TV ਦੇਖਦੇ ਰਹੋ। ਮੈਨੂੰ ਦਿਓ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।